आप लिहो तुम कथा सुधारी। सतनाम श्री वाहिगुरु साहिब जी। सुपत जथा सुख रात बिताई, जागे प्रभु भोर होए आई। इस बिद केतक दिवस बिताए, गुर सुध सुन कर इत को आए। वाहिगुरु जी का खालसा वाहिगुरु जी की फतेह। परम सन्मान जो गुरु की साजी नवाजी साध संगत जी, सतगुरु गरीब नवाज जी ਦੇ ਪਾਵਨ ਚਰਨਾਂ 'ਚ ਬੈਠ ਕਰਕੇ ਆਪ ਜੀ ਨੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਧੰਨ ਧੰਨ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਪਿਆਰ ਨਾਲ ਅੱਜ ਮਨਾਇਆ ਗਿਆ ਹੈ। ਸੋ ਸਾਧ ਸੰਗਤ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਜਦੋਂ ਕਰਤਾਰਪੁਰ ਸਾਹਿਬ ਆਏ ਹਨ, ਮਾਤਾ ਕੌਲਾਂ ਜੀ ਅਖੀਰਲੇ ਸਵਾਸਾਂ 'ਤੇ ਸਨ। ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਉਡੀਕ ਕਰ ਰਹੇ ਸਨ। ਗੁਰੂ ਸਾਹਿਬ ਨੇ ਆ ਕੇ ਮਾਤਾ ਜੀ ਨੂੰ ਦਰਸ਼ਨ ਦਿੱਤੇ ਹਨ, ਔਰ ਜਦੋਂ ਉਹਨਾਂ ਦਾ ਅੰਤ ਸਮਾਂ ਨੇੜੇ ਆਇਆ, ਉਹਨਾਂ ਦੀ ਇੱਛਾ ਦੇ ਮੁਤਾਬਕ ਸਤਿਗੁਰੂ ਉਹਨਾਂ ਨੂੰ ਦਰਸ਼ਨ ਦਿੰਦੇ ਹੋਏ ਬ੍ਰਹਮ ਗਿਆਨ ਕਰਾਇਆ, ਆਤਮ ਗਿਆਨ ਕਰਾਇਆ। ਸੰਸਾਰ ਦਾ ਮੋਹ, ਸੰਸਾਰ ਦਾ ਭਰਮ ਦੂਰ ਕਰ ਦਿੱਤਾ ਹੈ। ਆਤਮ ਪ੍ਰਗਾਸ਼ ਕਬਹੂ ਕੋ ਪਾਵੇ ਆਤਮ ਪ੍ਰਗਾਸ਼ ਕਹੋ। ਮਹਾਰਾਜ ਦੀ ਬਾਣੀ 'ਚ ਬਚਨ ਆਉਂਦਾ, ਕਿਸੇ ਵਿਰਲੇ ਨੂੰ ਭਾਗਾਂ ਵਾਲੇ ਨੂੰ ਇਹ ਪ੍ਰਕਾਸ਼ ਮਿਲਦਾ ਜਿਹੜਾ ਮਾਤਾ ਜੀ ਨੂੰ ਪ੍ਰਾਪਤ ਹੋਇਆ। ਉਸ ਅਕਾਲ ਪੁਰਖ ਪਰਮੇਸ਼ਰ ਦੇ ਸਾਖਸ਼ਾਤ ਦਰਸ਼ਨ ਤੇ ਅਭੇਦ ਦਰਸ਼ਨ। ਤੋਈ ਮੋਈ ਮੋਈ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਪਾਣੀ ਤੇ ਪਾਣੀ ਦੀਆਂ ਲਹਿਰਾਂ ਇੱਕ ਰੂਪ ਹੀ ਹੋ ਜਾਂਦੀਆਂ, ਸੋਨਾ ਤੇ ਸੋਨੇ ਦੇ ਗਹਿਣੇ ਇੱਕ ਰੂਪ ਹੀ ਹੋ ਜਾਂਦੇ ਆ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਬਖਾਨੀ। ਐਸੀ ਅਵਸਥਾ ਮਾਤਾ ਕੌਲਾਂ ਜੀ ਨੂੰ ਪ੍ਰਾਪਤ ਹੋ ਗਈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਸ ਅਵਸਥਾ ਨੂੰ ਬੜੇ ਬੜੇ ਜੋਗੀ ਜਤੀ ਤਪੀਸ਼ਰ ਵੀ ਨਹੀਂ ਪਹੁੰਚਦੇ, ਮਾਤਾ ਜੀ ਨੂੰ ਉਹ ਪ੍ਰਾਪਤ ਹੋ ਗਈ। ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹੋਏ ਪੰਜ ਭੂਤਕ ਸਰੀਰ ਦਾ ਤਿਆਗ ਕਰ ਗਏ। ਮਹਾਰਾਜ ਨੇ ਉਹਨਾਂ ਦਾ ਅੰਤਮ ਸੰਸਕਾਰ ਰੀਤੀ ਰਿਵਾਜ ਜੋ ਉਹਨਾਂ ਦਾ ਸੀ ਉਹਦੇ ਮੁਤਾਬਕ ਹੀ ਕਰਵਾਇਆ। ਅੱਜ ਵੀ ਸ੍ਰੀ ਕਰਤਾਰਪੁਰ ਸਾਹਿਬ ਮਾਤਾ ਕੌਲਾਂ ਜੀ ਦੀ ਕਬਰ ਬਣੀ ਹੋਈ ਹੈ। ਉਹ ਸੰਗਤਾਂ ਦਰਸ਼ਨ ਕਰਦੀਆਂ ਸਮਾਧੀ ਦੇ। ਸੋ ਅੱਗੇ ਹੁਣ ਕਥਾ ਸ਼ੁਰੂ ਹੋ ਰਹੀ ਹੈ, ਪ੍ਰੇਮ ਨਾਲ ਸਰਵਣ ਕਰੀਏ। ਸਾਰੀ ਸੰਗਤ ਆਪਣੀ ਸੁਰਤੀ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਲੰਧਰ ਲੈ ਚੱਲੀਏ। ਉੱਥੇ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਪਤ ਜਥਾ ਸੁਖ ਰਾਤ ਬਿਤਾਈ, ਸੁਖ ਨਾਲ ਸੌਂ ਕੇ ਸਾਰਿਆਂ ਨੇ ਆਰਾਮ ਕੀਤਾ, ਰਾਤ ਬਤੀਤ ਹੋਈ ਹੈ। ਜਾਗੇ ਪ੍ਰਭੂ ਭੋਰ ਹੋਏ ਆਈ। ਅੰਮ੍ਰਿਤ ਵੇਲੇ ਮਹਾਰਾਜ ਉੱਠੇ ਹਨ, ਨਿਤਨੇਮ ਕਿਰਿਆ ਕੀਤੀ ਹੈ ਤੇ ਦਿਨ ਚੜ੍ਹਿਆ ਹੈ। ਇਸ ਬਿਦ ਕੇਤਕ ਦਿਵਸ ਬਿਤਾਏ। ਇਸ ਤਰ੍ਹਾਂ ਕਈ ਦਿਨ ਸ੍ਰੀ ਕਰਤਾਰਪੁਰ ਸਾਹਿਬ ਰਹਿੰਦਿਆਂ ਨੂੰ ਹੋ ਗਏ ਨੇ। ਗੁਰੂ ਸਾਹਿਬ ਸੰਗਤਾਂ ਨੂੰ ਨਾਮ ਬਾਣੀ ਨਾਲ, ਸੇਵਾ ਸਿਮਰਨ ਨਾਲ ਜੋੜ ਰਹੇ ਹਨ। ਗੁਰ ਸੁਧ ਸੁਨ ਕਰ ਇਤ ਕੋ ਆਏ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੁਆਬੇ 'ਚ ਆ ਗਏ ਨੇ, ਕਰਤਾਰਪੁਰ ਆ ਗਏ ਨੇ। ਜਦੋਂ ਦੁਆਬੇ ਦੀਆਂ ਸੰਗਤਾਂ ਨੂੰ ਪਤਾ ਲੱਗਾ ਤੇ ਸੰਗਤਾਂ ਕਰਤਾਰਪੁਰ ਪਹੁੰਚਣ ਲੱਗ ਪਈਆਂ ਹਨ। ਜ਼ਿਲ੍ਹਾ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਨਵਾਂ ਸ਼ਹਿਰ, ਇਹ ਦੁਆਬਾ ਕਹਿੰਦੇ। ਯਾਨੀ ਜਿਹੜਾ ਸਤਲੁਜ ਤੇ ਬਿਆਸਾ ਦੇ ਵਿਚਕਾਰ ਦਾ ਇਲਾਕਾ, ਇਹਨੂੰ ਦੁਆਬਾ ਕਹਿੰਦੇ ਆ। ਜਿਹੜਾ ਬਿਆਸ ਤੇ ਰਾਵੀ ਦੇ ਵਿਚਕਾਰ ਦਾ ਇਲਾਕਾ ਹੈ, ਇਹਨੂੰ ਸਾਧ ਸੰਗਤ ਜੀ ਮਾਝਾ ਕਹਿੰਦੇ ਆ। ਜਿਹੜਾ ਰਾਵੀ ਅਤੇ ਚਨਾਹ ਦੇ ਵਿਚਕਾਰ ਦਾ ਇਲਾਕਾ ਹੈ, ਉਹਨੂੰ ਸਾਧ ਸੰਗਤ ਜੀ ਬਾਰ ਦੇਸ਼ ਕਹਿੰਦੇ ਆ। ਇਸ ਤਰ੍ਹਾਂ ਇਹ ਇਲਾਕਿਆਂ ਦੇ ਨਾਮ ਨੇ, ਮਾਝਾ, ਮਾਲਵਾ, ਦੁਆਬਾ, ਬਾਰ, ਪੋਠੋਹਾਰ। ਇਸੇ ਤਰ੍ਹਾਂ ਹੀ ਇਹ ਕਈ ਪੰਜਾਬ ਦੇ ਇਲਾਕੇ ਜਿਹੜੇ ਅੱਜ ਹਰਿਆਣਾ ਬਣਿਆ ਨਾ, ਇਹ ਵੀ ਪਹਿਲਾਂ ਪੰਜਾਬ ਹੁੰਦਾ ਸੀ, ਇਹਨੂੰ ਬਾਂਗਰ ਕਹਿੰਦੇ ਸੀ। ਅਤੇ ਇੱਧਰ ਪਟਿਆਲੇ ਤੋਂ ਅੰਬਾਲਾ, ਅਨੰਦਪੁਰ ਸਾਹਿਬ, ਖੰਨਾ,
ਤੇ ਜਮਨਾ ਨਗਰ, ਜਗਾਦਰੀ, ਚੰਡੀਗੜ੍ਹ, ਇਹਨੂੰ ਪੁਆਧ ਕਹਿੰਦੇ ਸੀ। ਇਹ ਪੰਜਾਬ ਹੀ ਸੀ ਸਾਰਾ। ਸੋ ਪੰਜਾਬ ਦੇ ਇਲਾਕੇ ਹਨ ਇਹ ਸਾਰੇ, ਜਿਨ੍ਹਾਂ ਵਿੱਚੋਂ ਦੁਆਬਾ ਵਿਚਕਾਰ ਆ ਜਾਂਦਾ ਹੈ। ਇਹ ਇੱਥੋਂ ਦੇ ਸਿੱਖ ਹੁਸ਼ਿਆਰਪੁਰ ਦੇ, ਕਪੂਰਥਲੇ ਦੇ, ਜਲੰਧਰ ਦੇ ਇਲਾਕੇ ਦੇ, ਜਦੋਂ ਉਹਨਾਂ ਨੂੰ ਪਤਾ ਲੱਗਾ ਗੁਰੂ ਜੀ ਸਾਡੇ ਇਲਾਕੇ 'ਚ ਆਏ ਨੇ, ਉਹ ਸਾਰੇ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਣ ਲੱਗੇ ਹਨ। ਚਾਕਰ ਰਹਿਣ ਸਪਾਟ ਚੱਲ ਆਵੈਂ। ਜਿਹੜੇ ਨੌਜਵਾਨ ਫੌਜ 'ਚ ਭਰਤੀ ਹੋਣਾ ਚਾਹੁੰਦੇ ਸੀ, 18 ਸਾਲ ਤੋਂ ਲੈ ਕੇ 16-17 ਸਾਲ ਤੋਂ ਉੱਪਰ ਦੇ, ਉਹ ਗੱਭਰੂ ਬੱਚੇ ਗੁਰੂ ਦੀ ਫੌਜ 'ਚ ਭਰਤੀ ਹੋਣ ਵਾਸਤੇ ਆ ਗਏ ਨੇ। ਦੇਖ ਉਚੇਤ ਰਣ ਗੁਰੂ ਟਿਕਾਵੈ। ਮਹਾਰਾਜ ਉਹਨਾਂ ਦੀ ਪਰੇਡ ਕਰਦੇ ਨੇ, ਫਿਰ ਦੇਖਦੇ ਨੇ ਵੀ ਇਹਨਾਂ 'ਚ ਕਿਹੜਾ ਫੌਜ ਵਿੱਚ ਰਹਿਣ ਯੋਗ ਹੈ, ਦਲੇਰ ਹੋਵੇ, ਜਵਾਨ ਹੋਵੇ, ਫੁਰਤੀਲਾ ਹੋਵੇ, ਸ਼ਸਤਰ ਵਿੱਦਿਆ ਦਾ ਕੋਈ ਗਿਆਨੀ ਹੋਵੇ, ਉਹਨੂੰ ਮਹਾਰਾਜ ਫੌਜ 'ਚ ਨੌਕਰ ਰੱਖ ਲੈਂਦੇ ਨੇ। ਭਇਓ ਸ਼ਾਹ ਕੇ ਸੰਗ ਬਖੇਰਾ। ਕਿਉਂਕਿ ਬਾਦਸ਼ਾਹ ਨਾਲ ਜੰਗ ਹੋਇਆ। ਅੰਮ੍ਰਿਤਸਰ ਦੀ ਲੜਾਈ ਕੋਈ ਆਮ ਲੜਾਈ ਨਹੀਂ, ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹਜਹਾਨ ਨਾਲ ਟੱਕਰ ਲਈ ਹੈ। ਲੜ ਕਰ ਲਸ਼ਕਰ ਹਤਿਓ ਕਨੇਰਾ। ਤੇ ਥੋੜਾ ਬਾਲਾ ਨਹੀਂ, 7000 ਫੌਜ ਮਾਰੀ ਹੈ ਤੁਰਕਾਂ ਦੀ ਜੰਗ ਵਿੱਚ ਗੁਰੂ ਜੀ ਨੇ। ਭਇਓ ਬਿਦਤ ਜਸ ਜਹ ਕਹਿ ਸਾਰੇ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਸਾਰੇ ਪਾਸੇ ਪਸਰ ਗਿਆ। ਧਾਕ ਪੈ ਗਈ ਪੂਰੇ ਹਿੰਦੁਸਤਾਨ ਵਿੱਚ ਵੀ ਗੁਰੂ ਹਰਗੋਬਿੰਦ ਸਾਹਿਬ ਬੜੇ ਬਲੀ ਯੋਧੇ ਹਨ। ਦਲ ਭੰਜਨ ਗੁਰ ਸੂਰਮਾ, ਬੜ ਯੋਧਾ ਬਹੁ ਪਰਉਪਕਾਰੀ। ਮਹਾਂਬਲੀ ਯੋਧੇ ਛੇਵੇਂ ਪਾਤਸ਼ਾਹ ਨੇ ਸ਼ਾਹਜਹਾਨ ਦੀਆਂ ਫੌਜਾਂ ਦੇ ਦੰਦ ਖੱਟੇ ਕਰ ਦਿੱਤੇ ਹਨ। ਰਹਿ ਆਜ ਕੋ ਸ਼ਾਹ ਅਗਾਰੇ। ਸਾਰੇ ਲੋਕ ਮੂੰਹ ਚੁੰਗਲਾਂ ਪਾਉਂਦੇ ਨੇ, ਹਿੰਦੂ, ਮੁਸਲਮਾਨ, ਗਰੀਬ, ਅਮੀਰ, ਪਿੰਡਾਂ ਦੀ ਸੱਥਾਂ 'ਚ ਬੈਠੇ ਚਰਚਾ ਕਰਦੇ ਨੇ। ਕਹਿੰਦੇ ਅੱਜ ਕਿਹੜਾ ਮਾਈ ਦਾ ਲਾਲ ਹੈ ਜਿਹੜਾ ਬਾਦਸ਼ਾਹ ਦੇ ਸਾਹਮਣੇ ਅੜ ਜਾਵੇ। ਬਾਦਸ਼ਾਹ ਸ਼ਾਹਜਹਾਨ ਕੋਈ ਛੋਟੀ ਤਾਕਤ ਨਹੀਂ, ਹਿੰਦੁਸਤਾਨ ਦਾ ਬਾਦਸ਼ਾਹ, ਉਹਦੇ ਸਾਹਮਣੇ ਅੜਨਾ ਕੋਈ ਸੌਖਾ ਕੰਮ ਨਹੀਂ ਹੈ। ਬਿਨਾ ਮਵਾਸ ਗਿਰਨ ਕੇ ਥਾਨ। ਤੇ ਪਹਾੜਾਂ ਦੇ ਵਿੱਚ ਵੀ ਜਿਹੜੇ ਕੋਈ ਰਾਜੇ ਹਨ, ਉਹ ਵੀ ਨਹੀਂ ਮੁਕਾਬਲਾ ਕਰਦੇ ਡਰ ਕੇ ਬਾਦਸ਼ਾਹ ਤੋਂ। ਜਿਨ੍ਹਾਂ ਕੋਲ ਕਿਲੇ ਹਨ, ਜਿਨ੍ਹਾਂ ਕੋਲ ਫੌਜਾਂ ਹਨ, ਉਹ ਨਹੀਂ ਬਾਦਸ਼ਾਹ ਦਾ। ਗੁਰੂ ਸਾਹਿਬ ਕੋਲ ਕੋਈ ਕਿਲਾ ਵੀ ਕੋਈ ਨਹੀਂ, ਕੋਈ ਆਮਦਨ ਦਾ ਪੈਸੇ ਦਾ ਸਾਧਨ ਵੀ ਨਹੀਂ, ਕੋਈ ਸਰਕਾਰ, ਕੋਈ ਰਿਆਸਤ ਵੀ ਕੋਈ ਨਹੀਂ, ਤੇ ਕੋਈ ਪਹਾੜੀ ਵੀ ਨਹੀਂ ਜਿੱਥੇ ਮੁਕਾਬਲਾ। ਪਹਾੜਾਂ ਵਿੱਚ ਵੀ ਚਲੋ ਜਿਹੜੀਆਂ ਫੌਜਾਂ ਉੱਤੇ ਬੈਠੀਆਂ ਹੁੰਦੀਆਂ ਉਹ ਮੁਕਾਬਲਾ ਕਰ ਲੈਂਦੀਆਂ। ਰੜੇ ਮੈਦਾਨ, ਅੰਮ੍ਰਿਤਸਰ ਦੀ ਧਰਤੀ, ਰੜੇ ਮੈਦਾਨ 'ਚ ਲੜਾਈ ਕੀਤੀ, ਉਹ ਵੀ ਬਾਦਸ਼ਾਹ ਦੀਆਂ ਫੌਜਾਂ ਨਾਲ। ਇਹ ਗੁਰੂ ਸਾਹਿਬ ਦਾ ਹੀ ਹੌਸਲਾ ਹੈ, ਛੇਵੇਂ ਪਾਤਸ਼ਾਹ ਦਾ। ਅਟਕ ਹੈ ਕੌਣ ਪ੍ਰਾਨ ਦੇ ਹਾਨ। ਕਹਿੰਦੇ ਬਾਦਸ਼ਾਹ ਦੇ ਸਾਹਮਣੇ ਕੋਈ ਨਹੀਂ ਅਟਕ ਸਕਦਾ। ਬਾਦਸ਼ਾਹ ਦਾ ਬੜੇ ਬੜੇ ਕਿਲੇ ਤੋੜ ਸਕਦਾ ਹੈ, ਬਾਦਸ਼ਾਹ ਬੜੇ ਬੜੇ ਆਖੀਆਂ ਨੂੰ ਸਿੱਧੇ ਕਰ ਸਕਦਾ ਹੈ। ਲਵਪੁਰ ਸਦਾ ਸਰੋਵਰ ਨੇਰੇ। ਅੰਮ੍ਰਿਤਸਰ ਦੇ ਕੋਲ ਲਾਹੌਰ ਬਾਦਸ਼ਾਹ ਦੀ ਰਾਜਧਾਨੀ, ਬਾਦਸ਼ਾਹ ਦੀ ਨੱਕ ਥੱਲੇ ਰਹਿ ਕੇ ਬਿਲਕੁਲ 50 ਕਿਲੋਮੀਟਰ ਦਾ ਫਰਕ, ਅੰਮ੍ਰਿਤਸਰ ਦਾ ਤੇ ਲਾਹੌਰ ਦਾ 50 ਮੀਲ ਦਾ ਫਰਕ। ਇੰਨੀ ਨੇੜੇ ਬਾਦਸ਼ਾਹ ਦੇ ਖਿਲਾਫ ਜੰਗ ਦੀ ਤਿਆਰੀ ਕਰ ਲੈਣੀ, ਇਹ ਅਕਾਲ ਪੁਰਖ ਦੇ ਭਰੋਸੇ ਤੋਂ ਬਿਨਾਂ ਨਹੀਂ ਹੋ ਸਕਦਾ। ਇਹ ਗੁਰੂ ਸਾਹਿਬ ਹੀ ਕਰ ਸਕਦੇ, ਛੇਵੇਂ ਪਾਤਸ਼ਾਹ। ਹਾਂਜੀ, ਤਹ ਰਹਿ ਕਿਉ ਮਹਦ ਭਟ ਭੇਰੇ। ਨੇੜੇ ਰਹਿ ਕੇ ਬਾਦਸ਼ਾਹ ਦੇ 50 ਮੀਲ ਦੀ ਵਿੱਥ ਤੇ, ਹਾਲਾਂਕਿ ਬਾਦਸ਼ਾਹ ਤੋਂ ਡਰਦੇ ਮਾਰਿਆ ਤੇ ਉਹ ਜਿਹੜੇ ਚੀਨ ਦੇ ਬਾਦਸ਼ਾਹ ਨੇ ਉਹ ਨਹੀਂ ਖੰਘਦੇ, ਦੂਸਰੇ ਮੁਲਕਾਂ 'ਚ ਰਹਿੰਦੇ, ਬੜੀਆਂ ਤਾਕਤਾਂ ਉਹਨਾਂ ਦੇ ਕੋਲ। ਉਹ ਕਹਿੰਦੇ ਵੀ ਹਿੰਦੁਸਤਾਨ ਦਾ ਬਾਦਸ਼ਾਹ ਬਹੁਤ ਵੱਡੀ ਤਾਕਤ ਹੈ, ਹਿੰਦੁਸਤਾਨ ਦੁਨੀਆ ਦੀ ਪਹਿਲੀ ਤਾਕਤ ਹੁੰਦੀ ਸੀ। ਜਿਵੇਂ ਅੱਜ ਅਮਰੀਕਾ ਹੈ, ਪਹਿਲਾਂ ਰਸ਼ੀਆ ਸੀ, ਪਹਿਲਾਂ ਗੋਰਿਆਂ ਦੀ ਸੀ, ਉਸ ਤੋਂ ਪਹਿਲਾਂ ਮੁਗਲਾਂ ਦੇ ਟਾਈਮ ਤੇ ਹਿੰਦੁਸਤਾਨ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਸੀ। ਫਿਰ ਉਸ ਤਾਕਤ ਦੇ ਨਾਲ ਦਿੱਲੀ ਦੇ ਬਾਦਸ਼ਾਹ ਦੇ ਨਾਲ ਟੱਕਰ ਲੈਣੀ। ਬਾਦਸ਼ਾਹ ਲਾਹੌਰ ਬੈਠਾ ਤੇ ਗੁਰੂ ਜੀ ਅੰਮ੍ਰਿਤਸਰ ਬੈਠੇ 50 ਮੀਲ ਦੀ ਵਾਟ ਦੇ ਉੱਤੇ, ਫਿਰ ਬਾਗੀ ਸੁਰਾਂ ਲਾਪਣੀਆਂ। ਇਹ ਕੋਈ ਸੌਖਾ ਕੰਮ ਨਹੀਂ, ਕੋਈ ਮਰਦ ਦਲੇਰ ਹੀ ਐਸਾ ਕਰ ਸਕਦਾ ਹੈ। ਰਣ ਮਹਿ ਹੇਰ ਹੇਰ ਉਮਰਾਵਨ। ਕਹਿੰਦੇ ਬਾਦਸ਼ਾਹ ਦੇ ਬੜੇ ਬੜੇ ਉਮਰਾਵ, ਜੰਗੀ ਜਰਨੈਲ ਆਏ ਸੀ, ਚੜ੍ਹ ਕੇ ਸਾਰੇ ਮੈਦਾਨੇ ਜੰਗ 'ਚ ਮਾਰ ਦਿੱਤੇ ਨੇ। ਜੇ ਸਰਦਾਰ ਕਰੇ ਸਭ ਕਾਵਨ। ਜਿਹੜੇ ਕਹਿੰਦੇ ਕਹਾਉਂਦੇ ਸੀ ਮੁਗਲ ਖਾਂ ਵਰਗੇ,
ਉਹ ਵੀ ਮਹਾਰਾਜ ਨੇ ਝੜਕ ਦਿੱਤੇ ਮੈਦਾਨੇ ਜੰਗ ਵਿੱਚ। ਜਿਨ ਕੋ ਬਲ ਪਿਖ ਠਟਕਿਓ ਸ਼ਾਹੂ, ਜਿਨ੍ਹਾਂ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਤਾਪ ਦੇਖ ਕੇ ਹੁਣ ਬਾਦਸ਼ਾਹ ਵੀ ਠਠੰਬਰ ਗਿਆ। ਬਾਦਸ਼ਾਹ ਦੀ ਦੁਬਾਰਾ ਹਮਲਾ ਕਰਨ ਦੀ ਜੁਰਤ ਨਹੀਂ ਪਈ, ਨਹੀਂ ਤਾਂ ਉਹਦੀ ਫੌਜ ਮਾਰੀ ਸੀ, ਉਹ ਦੁਬਾਰਾ ਹੋਰ ਫੌਜ ਭੇਜ ਸਕਦਾ ਸੀ। ਉਹਦੇ ਕੋਲ ਕਿਹੜਾ ਫੌਜਾਂ ਦੀ ਘਾਟ ਸੀ। ਕਹਿੰਦੇ 22 ਲੱਖ ਘੋੜ ਸਵਾਰ, 10,000 ਵੱਡੀਆਂ ਤੋਪਾਂ, 50,000 ਛੋਟੀਆਂ ਤੋਪਾਂ ਹਮੇਸ਼ਾ ਜੰਗ ਲਈ ਤਿਆਰ ਰਹਿੰਦੀਆਂ ਸੀ। ਬਾਦਸ਼ਾਹ ਸ਼ਾਹਜਹਾਨ ਕੋਲ ਐਡੀ ਵੱਡੀ ਤਾਕਤ ਸੀਗੀ। ਜਿਹਦੇ ਕੋਲ 22 ਲੱਖ ਫੌਜ ਹੈ, ਉਹਦਾ 7,000 ਮਰ ਗਿਆ, ਹੋਰ ਵੀ ਭੇਜ ਸਕਦਾ ਸੀ। ਪਰ ਉਹਨੇ ਆਖਿਆ ਵੀ ਜਿੰਨੇ ਜਾਣਗੇ ਮਰਨਗੇ ਹੀ, ਖਾਮਖਾ ਕਿਉਂ ਬੰਦੇ ਮਰਵਾਈਏ। ਬਾਦਸ਼ਾਹ ਨੂੰ ਅਕਲ ਆ ਗਈ, ਸੋਝੀ ਆ ਗਈ। ਉਹਨੇ ਉਸ ਗੱਲ ਨੂੰ ਵਧਾਇਆ ਨਹੀਂ, ਉਸ ਲੜਾਈ ਨੂੰ ਉੱਥੇ ਹੀ ਠੱਪ ਦਿੱਤਾ। ਬਹੁਰ ਨ ਕੀਨ ਲਰਨ ਉਤਸ਼ਾਹੂ, ਬਾਦਸ਼ਾਹ ਦਾ ਹੌਸਲਾ ਹੀ ਨਹੀਂ ਪਿਆ ਮੁੜ ਕੇ ਜੰਗ ਕਰਨ ਦਾ। ਇਸ ਬਿਦ ਕੋ ਜੋਧਾ ਇਸ ਕਾਲਾ, ਇਸ ਤਰ੍ਹਾਂ ਦਾ ਯੋਧਾ ਗੁਰੂ ਹਰਗੋਬਿੰਦ ਸਾਹਿਬ ਵਰਗਾ ਇਸ ਸਮੇਂ ਵਿੱਚ ਕੋਈ ਨਹੀਂ ਹੈ। ਨਹਿ ਮਹਿ ਮੰਡਲ ਮਹਿ ਬਲ ਵਾਲਾ, ਧਰਤੀ ਤੇ ਕੋਈ ਇਹੋ ਜਿਹਾ ਬਲੀ ਸੂਰਮਾ ਹੈ ਨਹੀਂ ਜਿਹੜਾ ਛੇਵੇਂ ਪਾਤਸ਼ਾਹ ਜੀ ਦੀ ਬਰਾਬਰੀ ਕਰ ਸਕੇ। ਸਕਲ ਦੇਸ਼ ਪਤ ਸ਼ਾਹ ਮਹਾਨਾ, ਸਾਰੇ ਹਿੰਦੁਸਤਾਨ ਦਾ, ਸਾਰੇ ਮੁਲਕ ਦਾ ਮਾਲਕ ਹੈ ਸ਼ਾਹਜਹਾਨ ਬਾਦਸ਼ਾਹ। ਤਿਸ ਕੋ ਤਰਾਸ ਨੈਕ ਨਹਿਮਾਨਾ, ਉਹਦਾ ਵੀ ਡਰ ਨਹੀਂ ਮੰਨਿਆ, ਉਹਦੀ ਵੀ ਪਰਵਾਹ ਨਹੀਂ ਕੀਤੀ। ਬਾਦਸ਼ਾਹ ਦੀ ਪਰਵਾਹ ਨਹੀਂ ਕੀਤੀ, ਹੋਰ ਕਿਸੇ ਦੀ ਕੀ ਕਰਨਗੇ। ਹਾਂਜੀ, ਹੱਥ ਲਸ਼ਕਰ ਕੋ ਧੂਰ ਮਿਲਾਇਓ, ਉਹਦੀਆਂ ਫੌਜਾਂ ਮਿੱਟੀ 'ਚ ਮਿਲਾ ਦੀਆਂ। ਨਰਦ ਗਰਦ ਮੈਂ ਮਿਲਾਉ, ਨਰਦ ਗਰਦ 'ਚ ਮਿਲਾ ਦਿੱਤੇ। ਸਫਾਈਆਂ ਕਰਤੀਆਂ। 7,000 ਬੰਦਾ ਮਾਰਨਾ ਇੱਕ ਦਿਨ ਵਿੱਚ, ਉਹ ਵੀ 9 ਘੰਟਿਆਂ ਵਿੱਚ ਮੁਕਾਤਾ। ਹਾਂਜੀ, ਨਿਰਭੈ ਬਾਸ ਦੁਆਬੇ ਅਬ ਆਇਓ, ਤੇ ਗੁਰੂ ਸਾਹਿਬ ਹੁਣ ਦੁਆਬੇ 'ਚ ਆ ਗਏ ਨੇ। ਜਲੰਧਰ ਦੇ ਲਾਗੇ ਕਰਤਾਰਪੁਰ ਪਿੰਡ ਵਸਾਇਆ ਗੁਰੂ ਅਰਜਨ ਦੇਵ ਜੀ ਨੇ। ਉੱਥੇ ਛੇਵੇਂ ਪਾਤਸ਼ਾਹ ਨੇ ਆਪ ਪੜਾਅ ਕੀਤਾ ਹੈ। ਇਮ ਜਹ ਕਹਿ ਪ੍ਰਗਟਾਏ ਪ੍ਰਸੰਗ, ਇਸ ਤਰ੍ਹਾਂ ਸਾਧ ਸੰਗਤ ਜੀ ਜਿੱਥੇ ਕਿੱਥੇ ਇਹ ਵਚਨ ਬਿਲਾਸ ਗੱਲਾਂ ਬਾਤਾਂ ਚੱਲਣ ਲੱਗੀਆਂ। ਸੋ ਜਸ ਕਰ ਹੈ ਜੋਧਾ ਬਲ ਅੰਗ, ਬੜੇ ਬੜੇ ਯੋਧੇ ਮਹਾਰਾਜ ਦਾ ਜਸ ਕਰਦੇ ਨੇ। ਜਿਹੜੇ ਜੰਗ ਦੀ ਬਿਰਤੀ ਰੱਖਣ ਵਾਲੇ, ਸਾਰੀ ਦੁਨੀਆ ਇੱਕੋ ਜਿਹੀ ਬਿਰਤੀ ਵਾਲੀ ਨਹੀਂ ਹੁੰਦੀ। ਕਈਆਂ ਦੇ ਸ਼ੌਂਕ ਕਿਸੇ ਤਰ੍ਹਾਂ ਦੇ ਹੁੰਦੇ ਨੇ, ਕਈਆਂ ਦੇ ਸ਼ੌਂਕ ਕਿਸੇ ਤਰ੍ਹਾਂ ਦੇ। ਜਿੱਦਾਂ ਦਾ ਸ਼ੌਂਕ ਹੋਵੇ ਉੱਦਾਂ ਦੀਆਂ ਗੱਲਾਂ ਸੱਥ 'ਚ ਬਹਿ ਕੇ ਕਰਦੇ ਨੇ। ਜਿਹੜੇ ਸਾਧ ਸੰਗਤ ਜੀ ਤਾਸ਼ ਖੇਡਣ ਵਾਲੇ ਨੇ, ਉਹ ਤਾਸ਼ ਦੀਆਂ ਹੀ ਗੱਲਾਂ ਕਰਦੇ ਨੇ। ਜੁਆਰੀ ਜੂਏ ਦੀਆਂ ਗੱਲਾਂ ਕਰਦੇ ਨੇ। ਸ਼ਰਾਬੀ ਸ਼ਰਾਬ ਦੀਆਂ ਗੱਲਾਂ ਕਰਦੇ ਨੇ। ਵਪਾਰੀ ਵਪਾਰ ਦੀਆਂ ਗੱਲਾਂ ਕਰਦੇ ਨੇ। ਰਾਜਨੀਤਿਕ ਲੋਕ ਰਾਜਨੀਤੀ ਦੀਆਂ ਗੱਲਾਂ ਕਰਦੇ ਨੇ। ਸੂਰਮੇ ਸੂਰਮਤਾਈ ਦੀਆਂ ਗੱਲਾਂ ਕਰਦੇ ਨੇ। ਬਹਾਦਰੀ ਦੀਆਂ ਗੱਲਾਂ ਕਰਦੇ। ਉਹ ਜਿਹੜੇ ਬਹਾਦਰ ਨੇ, ਉਹਨਾਂ ਦਾ ਰੋਲ ਮਾਡਲ ਗੁਰੂ ਹਰਗੋਬਿੰਦ ਸਾਹਿਬ ਬਣੇ ਹੋਏ ਨੇ। ਉਹ ਗੁਰੂ ਹਰਗੋਬਿੰਦ ਸਾਹਿਬ ਦੀਆਂ ਗੱਲਾਂ ਪਿੰਡਾਂ ਵਿੱਚ, ਸੱਥਾਂ 'ਚ ਬਹਿ ਕੇ, ਮਾਝੇ 'ਚ, ਮਾਲਵੇ 'ਚ, ਦੁਆਬੇ 'ਚ ਕਰਦੇ ਨੇ। ਆਏ ਸੋ ਭੱਟ ਰਣ ਕੇ ਉਤਸਾਹੀ, ਜਿਨ੍ਹਾਂ ਨੌਜਵਾਨਾਂ ਨੂੰ ਯੁੱਧ ਕਰਨ ਦਾ ਸ਼ੌਂਕ ਹੈ, ਜੰਗ ਦੇ ਸ਼ੌਕੀਨ ਨੇ, ਦਲੇਰ ਨੇ, ਗੁਰੂ ਤੇ ਸ਼ਰਧਾ ਰੱਖਦੇ ਨੇ, ਉਹ ਫਿਰ ਆਪਣੇ ਘਰਾਂ ਤੋਂ ਤਿਆਰੀਆਂ ਕਰਕੇ ਕਰਤਾਰਪੁਰ ਆਉਣ ਲੱਗ ਪਏ ਨੇ। ਚਾਕਰ ਹੋਏ ਰਹਿਤ ਗੁਰਪਾਹੀ, ਗੁਰੂ ਸਾਹਿਬ ਕੋਲ ਆ ਕੇ ਫੌਜ 'ਚ ਨੌਕਰੀ ਕਰ ਲੈਂਦੇ। ਮਹਾਰਾਜ ਅਸੀਂ ਤੁਹਾਡੀ ਫੌਜ 'ਚ ਸੇਵਾ ਕਰਨੀ। ਕਈ ਤਾਂ ਤਨਖਾਹ ਵੀ ਨਹੀਂ ਮੰਗਦੇ। ਉਹ ਕਹਿੰਦੇ ਸਾਰਾ ਗੁਰੂ ਦਾ ਹੀ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਕਈ ਜਿਹੜੇ ਲੋੜਵੰਦ ਨੇ ਉਹ ਤਨਖਾਹ ਤਾਂ ਲੈਂਦੇ ਨੇ, ਪਰ ਗੁਰੂ ਦੀ ਫੌਜ ਵਿੱਚ ਹੀ ਨੌਕਰ ਹੋਣਾ ਪਸੰਦ ਕਰਦੇ ਨੇ। ਬਾਦਸ਼ਾਹ ਦੀ ਫੌਜ 'ਚ ਨੌਕਰ ਹੋਣਾ ਪਸੰਦ ਨਹੀਂ ਕਰਦੇ। ਹਾਂਜੀ, ਸ਼ਸਤਰਨ ਕੀ ਵਿਦਿਆ ਨਿਤ ਹੋਵੇ, ਰੋਜ਼ ਸ੍ਰੀ ਕਰਤਾਰਪੁਰ ਸਾਹਿਬ ਖਾੜੇ ਲੱਗਦੇ ਨੇ ਸ਼ਸਤਰ ਵਿਦਿਆ ਦੇ। ਕਿਤੇ ਘੋੜ ਸਵਾਰੀ ਹੁੰਦੀ ਹੈ, ਕਿਤੇ ਨੇਜ਼ਾਬਾਜੀ ਹੁੰਦੀ ਹੈ, ਕਿਤੇ ਚਾਂਦਮਾਰੀ ਹੁੰਦੀ ਹੈ, ਕਿਤੇ ਤੀਰਅੰਦਾਜ਼ੀ ਹੁੰਦੀ। ਸਾਰਾ ਦਿਨ ਮਹਾਰਾਜ ਸਿੱਖਾਂ ਨੂੰ ਕਦੀ ਸ਼ਸਤਰ ਵਿਦਿਆ ਦਾ ਅਭਿਆਸ ਕਰਾ ਰਹੇ ਨੇ, ਕਦੀ ਸ਼ਿਕਾਰ ਖੇਡਣ ਨਾਲ ਲਿਜਾ ਰਹੇ ਨੇ। ਸਾਰਾ ਦਿਨ ਜੰਗੀ ਕਵਾਇਦ ਹੁੰਦੀ ਰਹਿੰਦੀ ਹੈ। ਕਰਹਿ ਪਰਸਪਰ ਵੱਧ ਘਟ ਜੋਵੈ, ਸੂਰਮੇ ਜਿਹੜੇ ਨੇ ਉਹ ਇੱਕ ਦੂਜੀ ਤੋਂ ਵੱਧ ਕੇ ਮੱਲਾਂ ਮਾਰਦੇ ਨੇ। ਆਪੋ ਆਪਣਾ ਨਿਸ਼ਾਨਾ, ਕਹਿੰਦੇ ਦੇਖ ਮੇਰਾ ਕਿੰਨਾ ਨਿਸ਼ਾਨਾ। ਦੂਜਾ ਕਹਿੰਦਾ ਕੱਲ ਨੂੰ ਮੈਂ ਵੀ ਇੱਦਾਂ ਹੀ ਲਾਵਾਂਗਾ। ਇੰਨੀ ਪ੍ਰੈਕਟਿਸ ਕਰਦੇ ਨੇ। ਤੀਰਅੰਦਾਜ਼ੀ ਦਾ ਨਿਸ਼ਾਨਾ, ਗੋਲੀ ਦਾ ਨਿਸ਼ਾਨਾ, ਬਰਛੇ ਦਾ ਨਿਸ਼ਾਨਾ, ਢਾਲ ਤਲਵਾਰ ਦੇ ਵਾਰ, ਗੱਤਕੇ ਦੇ ਵਾਰ, ਸਾਰੇ ਜਿੰਨੇ ਕਿਸਮ ਦੇ ਸ਼ਸਤਰ ਨੇ, ਉਹਨਾਂ ਸ਼ਸਤਰਾਂ ਦੀ
ਬਹੁਤ ਮਸ਼ਕ ਅਭਿਆਸ ਸੂਰਮੇ ਕਰਦੇ ਨੇ। ਚਲਹਿ ਤਫੰਗ ਕੇ ਤੋ ਮਰਗ ਹੈ, ਬੰਦੂਕਾਂ ਚੱਲਦੀਆਂ ਨੇ, ਤੀਰ ਚੱਲਦੇ ਨੇ, ਗੋਲੀਆਂ ਚੱਲਦੀਆਂ ਨੇ। ਤੁਰੰਗ ਤਵਾਹਿਦ ਖਾਵਤ ਹੈ, ਕਹਿੰਦੇ ਘੋੜੇ ਦੌੜਦੇ ਨੇ, ਇੱਕ ਤੋਂ ਵੱਧ ਕੇ ਦੂਜਾ ਘੋੜਾ, ਤੇ ਘੋੜਿਆਂ ਤੇ ਚੜ੍ਹ ਕੇ ਸੂਰਮੇ ਕਈ ਤਰ੍ਹਾਂ ਦੇ ਜੰਗੀ ਕਰਤੱਵ ਕਰਦੇ ਨੇ। ਨੇਜ਼ਾਬਾਜੀ ਕਰਦੇ ਨੇ, ਤੀਰਅੰਦਾਜ਼ੀ ਕਰਦੇ ਨੇ, ਚੱਲਦੇ ਘੋੜੇ ਤੋਂ ਗੋਲੀ ਨਾਲ ਦੁਸ਼ਮਣ ਨੂੰ ਮਾਰਨਾ, ਨਿਸ਼ਾਨਾ, ਇਹ ਸਾਰੀਆਂ ਚੀਜ਼ਾਂ ਮਹਾਰਾਜ ਜੀ ਸਿਖਾਉਂਦੇ ਨੇ। ਬਸ ਹੈ ਪਠਾਨ ਗ੍ਰਾਮ ਜੇ ਨੇਰੇ, ਸਾਧ ਸੰਗਤ ਜੀ, ਸ੍ਰੀ ਕਰਤਾਰਪੁਰ ਸਾਹਿਬ ਜਲੰਧਰ ਦੇ ਲਾਗੇ ਪਠਾਣਾਂ ਦੇ ਪਿੰਡ ਬੜੇ ਨੇ। ਹੁਣ ਤਾਂ ਖੈਰ ਨਹੀਂ, ਪਰ ਉਹ 47 ਤੋਂ ਪਹਿਲਾਂ ਜਾਂ ਇਸ ਤੋਂ ਹੋਰ ਪਹਿਲਾਂ ਇਹਦਾ ਇਤਿਹਾਸ ਮਿਲਦਾ ਹੈ। ਪਠਾਣਾਂ ਦੇ ਪਿੰਡ ਸੀ ਦੁਆਬੇ, ਜਲੰਧਰ ਦੇ ਲਾਗੇ। ਪਠਾਣ ਬਹੁਤ ਰਹਿੰਦੇ ਸੀ। ਹਾਂਜੀ। ਹਥਿਆਰਨ ਕੋ ਗਹਿਤ ਕਨੇਰੇ, ਤੇ ਪਠਾਣਾਂ ਦੀ ਬਰਾਦਰੀ ਖਾਨਦਾਨੀ ਬਹਾਦਰ ਮੰਨੀ ਜਾਂਦੀ ਹੈ। ਇਹ ਜ਼ਿਆਦਾਤਰ ਕੰਮ ਫੌਜੀ ਨੌਕਰੀ ਦਾ ਹੀ ਕਰਦੇ ਨੇ। ਪਠਾਣਾਂ ਨੂੰ ਹੋਰ ਕੋਈ ਕੰਮ ਆਉਂਦਾ ਹੀ ਨਹੀਂ, ਇਹ ਲੜਾਈ ਦਾ ਹੀ ਕੰਮ ਸਿੱਖੇ ਆ। ਤੇ ਪਠਾਣ ਗੁਰੂ ਮਹਾਰਾਜ ਦੀ ਫੌਜ 'ਚ ਭਰਤੀ ਹੋਣ ਆਉਂਦੇ ਹਨ। ਸੋ ਸਭ ਸੁਨ ਹੈ ਗੁਰੂ ਕੇ ਪਾਸ, 6-6 ਫੁੱਟੇ 7-7 ਫੁੱਟੇ ਪਠਾਣ ਜਦੋਂ ਸੁਣਦੇ ਨੇ ਕਿ ਗੁਰੂ ਕੋਲ ਫੌਜ ਦੀ ਨੌਕਰੀ ਮਿਲ ਜੇਗੀ, ਚਲੀਏ ਗੁਰੂ ਦੀ ਫੌਜ 'ਚ ਭਰਤੀ ਹੋਈਏ। ਪੈਂਦੇ ਖਾਨ ਵੀਰ ਬਲਰਾਸ, ਕਹਿੰਦੇ ਖਾਂ ਕਹਿੰਦੇ ਉਹਨਾਂ 'ਚੋਂ ਬੜਾ ਯੋਧਾ ਹੈ ਸਾਡੇ ਬਰਾਦਰੀ ਦਾ, ਉਹਨੂੰ ਮਿਲਦੇ ਨੇ ਆ ਕੇ ਪਠਾਣ ਪੈਂਦੇ ਖਾਂ ਨੂੰ। ਖਾਨ ਸਾਹਿਬ, ਸਾਡੀ ਸਿਫਾਰਿਸ਼ ਕਰ ਦਿਓ, ਸਾਡਾ ਮੁੰਡਾ ਫੌਜ 'ਚ ਭਰਤੀ ਕਰਾ ਲਓ ਗੁਰੂ ਦੀ ਫੌਜ 'ਚ। ਇੱਦਾਂ ਜਿਹੜੇ ਪਠਾਣ ਸਿਆਣੇ ਨੇ ਔਰ ਪਿੰਡਾਂ ਦੀ ਪੰਚਾਇਤਾਂ ਨੇ, ਉਹ ਕਰਤਾਰਪੁਰ ਆਉਂਦੀਆਂ ਰਹਿੰਦੀਆਂ ਅਤੇ ਪੈਂਦੇ ਖਾਂ ਕੋਲ ਬਹਿੰਦੇ ਆ ਕੇ ਪਠਾਣ ਜਿਹੜੇ ਖਾਸ ਕਰਕੇ, ਕਿਉਂਕਿ ਆਪਣੀ ਬਰਾਦਰੀ ਦੇ ਬੰਦੇ ਨਾਲ ਜਿਹੜਾ ਗੱਲ ਹਰ ਕੋਈ ਸੋਚਦਾ ਹੀ ਹੈ ਵੀ ਪਹਿਲਾਂ ਇਹਨਾਂ ਨਾਲ ਗੱਲ ਕਰੀਏ ਫਿਰ ਗੁਰੂ ਸਾਹਿਬ ਨਾਲ ਗੱਲ ਕਰਾਂਗੇ। ਜਦੋਂ ਉਹ ਬੰਦੇ ਆਉਂਦੇ ਨੇ ਨਾ ਪਠਾਣਾਂ ਦੀ ਬਰਾਦਰੀ ਦੇ, ਮਿਲਨ ਹੇਤ ਬਹੁਤੇ ਚੱਲ ਆਵੈਂ, ਬੜੇ ਆਉਂਦੇ ਨੇ, ਰੋਜ਼ 2-4 ਪਿੰਡਾਂ ਦੇ ਪਠਾਣ ਆਏ ਹੀ ਹੁੰਦੇ ਨੇ। ਉਹ ਆਉਂਦੇ ਪਹਿਲਾਂ ਪੈਂਦੇ ਖਾਂ ਕੋਲ ਹੀ ਨਹੀਂ। ਪੈਂਦੇ ਖਾਂ ਮਹਾਰਾਜ ਦੀ ਫੌਜ ਦਾ ਵੱਡਾ ਜਰਨੈਲ ਮੰਨਿਆ ਜਾਂਦਾ, ਬੜਾ ਜਵਾਨ, ਬੜਾ ਸੂਰਮਾ। ਉਹਨੂੰ ਆ ਕੇ ਮਿਲਦੇ ਨੇ, ਬੈਠ ਹੈ ਰਣ ਕੀ ਬਾਤ ਚਲਾਵੈਂ, ਪੈਂਦੇ ਖਾਂ ਕੋਲ ਬਹਿ ਕੇ ਗੱਲਬਾਤ ਕਰਦੇ ਨੇ, ਜੰਗ ਦੀਆਂ ਗੱਲਾਂ ਹੁੰਦੀਆਂ ਨੇ। ਕੌਣ ਕੌਣ ਗੁਰ ਕੋ ਪਟ ਅਰਿਓ, ਤੇ ਫਿਰ ਪੁੱਛ ਲੈਂਦੇ ਨੇ, ਖਾਨ ਸਾਹਿਬ ਸੁਣਾਓ, ਅੰਮ੍ਰਿਤਸਰ ਲੜਾਈ ਹੋਈ ਹੈ, ਗੁਰੂ ਸਾਹਿਬ ਦੀ ਫੌਜ ਵੱਲੋਂ ਕਿਹੜੇ ਕਿਹੜੇ ਜਰਨੈਲ ਲੜੇ ਨੇ, ਉੱਧਰੋਂ ਕੌਣ ਕੌਣ ਆਇਆ ਸੀ ਤੇ ਤੁਹਾਡੇ ਵੱਲੋਂ ਕੌਣ ਕੌਣ ਸੀ। ਜਦੋਂ ਇਹ ਗੱਲ ਚੱਲਦੀ ਹੈ, ਮਾਰ ਗਜਬ ਕੀ ਲਸ਼ਕਰ ਮਰਿਓ, ਕਹਿੰਦੇ ਬੜੀ ਸੁਣਿਆ ਗਜਬ ਦੀ ਮਾਰ ਮਾਰੀ ਹੈ ਤੁਸੀਂ, ਸੁਣਿਆ 7000 ਫੌਜ ਤੁਰਕਾਂ ਦੀ ਮਾਰ ਦਿੱਤੀ ਹੈ ਗੁਰੂ ਨੇ। ਤਿੰਨ ਮੈਂ ਪੈਂਦੇ ਖਾਨ ਬਖਾਨਾ, ਉਹ ਆਪਣੀ ਬਰਾਦਰੀ ਦੇ ਲੋਕਾਂ ਵਿੱਚ, ਪਠਾਣ ਬਰਾਦਰੀ ਦੇ ਲੋਕਾਂ ਵਿੱਚ ਪੈਂਦੇ ਖਾਂ ਇਉਂ ਬੋਲਦਾ ਹੈ, ਇੱਕ ਤੋਂ ਗੁਰੂ ਮਹਾਬਲ ਠਾਨੈ। ਉਹ ਕਹਿਣ ਲੱਗਾ ਦੇਖੋ ਜੀ, ਸਾਡੇ ਵੱਲੋਂ ਇੱਕ ਤਾਂ ਗੁਰੂ ਸਾਹਿਬ ਸਨ, ਗੁਰੂ ਸਾਹਿਬ ਬਹੁਤ ਯੋਧੇ ਹਨ, ਮਹਾਬਲੀ ਹਨ, ਉਹਨਾਂ ਦਾ ਤਾਂ ਕੋਈ ਸ਼ਾਨੀ ਨਹੀਂ, ਉਹਨਾਂ ਦੀ ਤਾਕਤ ਤਾਂ ਬਹੁਤ ਜ਼ਿਆਦਾ ਹੈ, ਉਹਦਾ ਇੱਕ ਤੀਰ ਨਾਲ 10 ਨੂੰ ਪਾਰ ਕਰ ਦਿੰਦੇ, ਉਹਨਾਂ ਦੀ ਤਾਕਤ ਬਹੁਤ ਜ਼ਿਆਦਾ, ਮਹਾਬਲੀ ਹਨ, ਉਹ ਜੰਗ ਦੇ ਸ਼ਾਹ ਸਵਾਰ ਹਨ, 6ਵੇਂ ਪਾਤਸ਼ਾਹ। ਹਾਂਜੀ। ਮੈਂ ਤਾਂ ਬਕੀਨਸ ਨਿਮਕ ਹਲਾਲ, ਤੇ ਮੈਂ ਵੀ ਉਹਨਾਂ ਦਾ ਨਿਮਕ ਹਲਾਲ ਹਾਂ। ਮੈਂ ਆਪਣੇ ਗੁਰੂ ਦਾ ਲੂਣ ਖਾਧਾ ਤੇ ਮੈਂ ਸੋਚਿਆ ਵੀ ਜੇ ਹੁਣ ਗੁਰੂ ਨੂੰ ਕੰਮ ਪੈ ਗਿਆ ਤੇ ਹੁਣ ਨਿਮਕ ਹਲਾਲ ਬਣੀ ਹੈ, ਹੁਣ ਗੁਰੂ ਦੇ ਕੰਮ ਆਈਏ। ਮੈਂ ਫਿਰ ਜੰਗ ਦੇ ਵਿੱਚ ਨਿਮਕ ਹਲਾਲੀ ਕੀਤੀ ਹੈ, ਭਾਵ ਗੁਰੂ ਦਾ ਨਿਮਕ ਖਾ ਕੇ ਮੈਂ ਉਹਨੂੰ ਹਰਾਮ ਨਹੀਂ ਕੀਤਾ, ਮੈਂ ਪੂਰੀ ਡਿਊਟੀ ਨਿਭਾਈ ਹੈ, ਆਪਣਾ ਫਰਜ਼ ਨਿਭਾਇਆ ਹੈ। ਕਰਿਓ ਜੰਗ ਕੋ ਤਬ ਹੈ ਕਰਾਲ, ਮੈਂ ਅੰਮ੍ਰਿਤਸਰ ਦੀ ਲੜਾਈ 'ਚ ਤਬਾਹੀਆਂ ਮਚਾਤੀਆਂ, ਮੇਰੇ ਵਰਗਾ ਜੰਗ ਕਿਹਨੇ ਕਰਨਾ। ਮੈਂ ਤਾਂ ਜਿੱਧਰ ਜਾਂਦਾ ਸੀ ਲਥੇੜ ਪਥੇੜ ਹੀ ਕਰੀ ਜਾਂਦਾ ਸੀ, ਭੜਥੂ ਹੀ ਪਾਈ ਜਾਂਦਾ ਸੀ, ਕਿਨਹੋ ਨਾ ਲੀਨਸ ਆਗਾ ਮੋਹੇ, ਮੇਰੇ ਅੱਗੇ ਨਹੀਂ ਕੋਈ ਅੜਿਆ। ਮੈਂ ਜਦੋਂ ਜਾਂਦਾ ਸੀ ਨਾ, ਮੇਰੇ ਦੇ ਅੱਗੇ ਲੱਗ ਭੱਜਦੀ ਸੀ ਬਾਦਸ਼ਾਹ ਦੀ ਫੌਜ। ਕਹਿੰਦਾ ਹਾਂਜੀ। ਮਾਰੇ ਬ੍ਰਿੰਦ ਛਤਰ ਕਰ ਕਰੋਹੇ, ਮੈਂ ਤੇ ਬਹੁਤ ਮਾਰੇ, ਮੈਂ ਤਾਂ ਆਪਣੀ ਤਲਵਾਰ ਦੀ ਪਿਆਸ ਜਿਹੜੀ ਹੈ ਨਾ ਰੱਜ ਕੇ ਬੁਝਾਈ ਹੈ ਦੁਸ਼ਮਣਾਂ ਦੇ ਲਹੂ ਵਿੱਚ। ਮੋਹ ਬਿਨ ਫਤਿਹ ਨਾ ਹੋ ਤਲਰਾਈ, ਮੇਰੇ ਤੋਂ ਬਿਨਾਂ ਇਹ ਲੜਾਈ ਜਿੱਤੀ ਨਹੀਂ ਸੀ ਜਾਣੀ। ਦੇਖਾ ਕਹਿੰਦਾ ਮੇਰੇ ਤੋਂ ਬਿਨਾਂ ਇਹ ਜੰਗ ਨਹੀਂ ਸੀ ਫਤਿਹ ਹੋਣ। ਜੇ ਮੈਂ ਨਾ ਹੁੰਦਾ
ਫਿਰ ਇਹ ਜੰਗ ਫਤਿਹ ਨਹੀਂ ਸੀ ਹੋਣੀ। ਗਨ ਜੋ ਦਨ ਕੌਣ ਇਮਕਾਈ। ਇੰਨੀ 7000 ਫੌਜ ਮਾਰਨੀ ਕੋਈ ਸੌਖਾ ਕੰਮ ਹੈ? ਇਹ ਮੈਂ ਹੀ ਮਾਰੀ ਹੈ ਕਹਿੰਦਾ। ਹਾਂਜੀ, ਜਿਸ ਕੇ ਇੱਕ ਇੱਕ ਖੜਗ ਪ੍ਰਹਾਰਾ। ਮੈਂ ਜਿਹਨੂੰ ਇੱਕ ਵਾਰ ਮਾਰਦਾ ਸੀ ਨਾ ਤਲਵਾਰ ਦਾ ਜਾਂ ਖੰਡੇ ਦਾ, ਹਾਂਜੀ, ਸਹਿਤ ਤਰੰਗ ਜਦਾ ਕਰ ਡਾਰਾ। ਮੈਂ ਬੰਦੇ ਨੂੰ ਚੀਰ ਕੇ ਘੋੜਾ ਵੀ ਚੀਰ ਦਿੰਦਾ ਸੀ। ਮੇਰੀ ਤਾਕਤ ਅੱਗੇ ਕੋਈ ਖੜਦਾ ਨਹੀਂ ਸੀ ਕਹਿੰਦਾ। ਹਾਂਜੀ, ਕਿਸ ਕੋ ਦੀਨ ਧਕੇਲਾ ਮਾਰਿਓ। ਕਿਸੇ ਨੂੰ ਤਾਂ ਮੈਂ ਧੱਕੇ ਨਾਲ ਹੀ ਮਾਰਦਾ, ਸਣੇ ਘੋੜੇ ਜਵਾਨ ਉਹ ਜਾਂਦਾ ਸੀ ਕਹਿੰਦੇ। ਕੋ ਹੈ ਪਗ ਰਹਿ ਉਲਟਾ ਡਾਰਿਓ। ਕਿਸੇ ਨੂੰ ਤੇ ਮੈਂ ਘੋੜੇ ਦੇ ਪੈਰ ਤੋਂ ਫੜ ਕੇ ਘੋੜਾ ਹੀ ਉਲਟਾ ਕੇ ਪੁੱਠਾ ਮਾਰ ਦਿੰਦਾ ਸੀ। ਕੋ ਤੀਰਨ ਕੇ ਸਾਥ ਪਰੋਏ। ਮੈਂ ਕਿੰਨਿਆਂ ਨੂੰ ਆਪਣੇ ਤੀਰਾਂ ਨਾਲ ਪਰੋ ਦਿੱਤਾ, ਕਈਆਂ ਨੂੰ ਮੈਂ ਆਪਣੀ ਬਰਛੇ ਨਾਲ ਪਰੋ ਦਿੱਤਾ, ਕਈਆਂ ਨੂੰ ਮੈਂ ਆਪਣੀ ਤਲਵਾਰ ਨਾਲ ਝਟਕ ਦਿੱਤਾ। ਭਾਗੇ ਰਿਪਨ ਹਸਨ ਮੁਖ ਜੋਏ। ਕਹਿੰਦੇ ਦੁਸ਼ਮਣ ਮੈਨੂੰ ਵੇਖ ਕੇ ਅੱਗੇ ਭੱਜਦੇ ਸੀਗੇ, ਮੇਰੇ ਵੱਲ ਵੇਖ ਨਹੀਂ ਸੀ ਸਕਦੇ, ਮੇਰੇ ਸਾਹਮਣੇ ਅੱਖ ਨਹੀਂ ਸੀ ਮਿਲਾ ਸਕਦੇ। ਜੋ ਮੈਂ ਗੁਰ ਕੇ ਨਿਕਟ ਨਾ ਹੋਤ। ਪੈਂਦੇ ਖਾਂ ਕਹਿੰਦਾ ਆਪਣੀ ਬਰਾਦਰੀ ਕੋਲ, ਆਪਣੀ ਭਾਈਚਾਰੇ ਕੋਲ ਆਪਣੀਆਂ ਫੜਾ ਮਾਰਦਾ। ਕਹਿੰਦਾ ਜੇ ਮੈਂ ਨਾ ਹੁੰਦਾ ਗੁਰੂ ਸਾਹਿਬ ਦੇ ਕੋਲ, ਕਿਮ ਸੰਗਰ ਕੇ ਬਜਾ ਉਦੋਤ। ਫਿਰ ਜਿੱਤ ਨਹੀਂ ਸੀ ਸਕਦੇ ਗੁਰੂ ਸਾਹਿਬ। ਕਿਵੇਂ ਜਿੱਤਦੇ? ਮੇਰੇ ਤੋਂ ਬਿਨਾ ਮੈਂ ਸਾਰਾ ਜੰਗ ਦਾ ਪਾਸਾ ਹੀ ਪਲਟ ਦਿੱਤਾ। ਕਹਿੰਦਾ ਮੁਝ ਕੋ ਜਾਨ ਵੱਡੋ ਬਲਵਾਨ। ਮੈਨੂੰ ਵੱਡਾ ਸੂਰਮਾ ਜਾਣ ਕੇ, ਮੈਨੂੰ ਬਲੀ ਜਾਣ ਕੇ ਰੱਖ ਹੈ ਨਿਕਟ ਅਦਕ ਸਨਮਾਨ। ਗੁਰੂ ਹਰਗੋਬਿੰਦ ਸਾਹਿਬ ਮੈਨੂੰ ਕੋਲ ਰੱਖਦੇ ਨੇ, ਮੇਰਾ ਸਨਮਾਨ ਕਰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪੈਂਦੇ ਖਾਂ ਤੋਂ ਬਿਨਾ ਮੋਰਚੇ ਫਤਿਹ ਨਹੀਂ ਹੁੰਦੇ। ਫਤਿਹ ਮੋਹਿ ਭੁਜ ਦੰਡਨ ਬਸਾ। ਆਪਣੀ ਬਰਾਦਰੀ ਦੇ ਬੰਦਿਆਂ ਨੂੰ, ਪਠਾਣਾਂ ਨੂੰ ਕਹਿੰਦਾ ਜਿਹੜੇ ਮੇਰੇ ਡੌਲੇ ਨੇ ਨਾ, ਇਹਨਾਂ ਡੌਲਿਆਂ 'ਚ ਫਤਿਹ ਵਸਦੀ ਹੈ, ਜਿੱਤ ਵਸਦੀ ਹੈ। ਅੱਲਾਹ ਤਾਲਾ ਨੇ ਮੇਰੇ ਡੌਲਿਆਂ 'ਚ ਫਤਿਹ ਪਾਈ ਹੋਈ ਹੈ। ਹਾਂਜੀ, ਕੌਣ ਸਕਹਿ ਸਹ ਦੇਖਤ ਨਸਾ। ਕੌਣ ਮੇਰੇ ਸਾਹਮਣੇ ਖੜ ਸਕਦਾ? ਮੈਂ ਬੜੇ ਬੜੇ ਸੂਰਮੇ ਮਾਰੇ ਜੰਗ ਦੇ ਮੈਦਾਨ ਵਿੱਚ। ਇਤਿਆਦਕ ਬੋਲਤ ਜਹ ਕਹਾ। ਏਦਾਂ ਪੈਂਦੇ ਖਾਂ ਜਿੱਥੇ ਵੀ 2-4 ਬੰਦੇ ਮਿਲਦੇ ਉੱਥੇ ਹੀ ਲੱਗ ਪੈਂਦਾ, ਆਪਣੀਆਂ ਸਿਫਤਾਂ ਆਪਣੇ ਮੂੰਹ ਤੋਂ ਹੀ ਕਰਨ ਲੱਗ ਜਾਂਦਾ, ਆਪਣੇ ਮੂੰਹ ਤੋਂ ਹੀ ਆਪਣੀਆਂ ਵਡਿਆਈਆਂ ਮਿੱਠੀਆਂ ਮਿੱਠੂ ਬਣ ਜਾਂਦਾ ਹੈ। ਬਤਿਓ ਗਰਭ ਪੈਂਦੇ ਔਰ ਮਹਾ। ਪੈਂਦੇ ਦੇ ਹੰਕਾਰ ਬੜਾ ਹੋ ਗਿਆ। ਅੰਮ੍ਰਿਤਸਰ ਦੀ ਲੜਾਈ ਤੋਂ ਬਾਅਦ ਪੈਂਦੇ ਦਾ ਹੰਕਾਰ ਵੱਧਦਾ 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 ਬਹੁਤ ਉੱਪਰ ਚਲਾ ਗਿਆ। ਸਤਿਗੁਰ ਜਾਣਿਓ ਭਾ ਮਤਹੀਨਾ। ਮਹਾਰਾਜ ਜਾਣ ਹੀ ਜਾਣ ਸਤਿਗੁਰੂ ਜੀ ਜਾਣ ਗਏ ਵੀ ਇਹਦੀ ਬੁੱਧੀ ਤੇ ਪਰਦਾ ਪੈ ਗਿਆ, ਇਹ ਮਤਹੀਣਾ ਹੋ ਗਿਆ, ਇਹ ਹੰਕਾਰੀ ਹੋ ਗਿਆ। ਜਦੋਂ ਹੰਕਾਰ ਆ ਜਾਂਦਾ ਬੰਦੇ ਨੂੰ ਸਮਝੋ ਅੰਨਾ ਹੋ ਜਾਂਦਾ। ਹਾਂਜੀ, ਜਰਹ ਵਡਾਈ ਨਹਿ ਮਨ ਪੀਨਾ। ਮਹਾਰਾਜ ਜਾਣਦੇ ਵੀ ਇਹ ਵਡਿਆਈ ਜਰ ਨਹੀਂ ਸਕਿਆ। ਪਰਮੇਸ਼ਰ ਵਡਿਆਈ ਦਿੰਦਾ, ਪਰ ਹਰ ਬੰਦਾ ਵਡਿਆਈ ਦੇ ਫਰਜ਼ ਤੇ ਸਹੀ ਨਹੀਂ ਤੁਰ ਸਕਦਾ, ਤਿਲਕ ਜਾਂਦੇ ਆ। ਇਹਦਾ ਪੈਰ ਤਿਲਕ ਗਿਆ। ਹਾਂਜੀ, ਨਹ ਗੰਭੀਰ ਧੀਰ ਮਨ ਮਾਨੀ। ਇਹ ਗੰਭੀਰ ਧੀਰ ਨਹੀਂ, ਸੂਰਮਾ ਗੰਭੀਰ ਹੋਣਾ ਚਾਹੀਦਾ, ਧੀਰ ਜਵਾਨ ਹੋਣਾ ਚਾਹੀਦਾ। ਇਹ ਹੰਕਾਰੀ ਹੈ, ਇਹਦੇ ਮਨ 'ਚ ਹਉਮੈ ਵੀ ਮੈਂ ਜੰਗ ਜਿੱਤਿਆ। ਹਾਂਜੀ, ਹੋਏ ਫਲ ਬਰੋ ਪਰ ਹੈ ਅਸ ਜਾਨੀ। ਮਹਾਰਾਜ ਸੋਚਦੇ ਆ ਇਹ ਜਿਹੜੀ ਜੰਗ ਦੀ ਜਿੱਤ ਦਾ ਹੰਕਾਰ ਕਰੀ ਬੈਠਾ ਨਾ, ਇਸ ਹੰਕਾਰ ਦਾ ਫਲ ਮਾੜਾ ਹੋਵੇਗਾ। ਆਉਣ ਵਾਲਾ ਸਮਾਂ ਇਹਦੇ ਲਈ ਚੰਗਾ ਨਹੀਂ ਹੋਵੇਗਾ। ਨਾਮ ਮੀਰ ਛੋਟਾ 1 ਗ੍ਰਾਮ। ਸ੍ਰੀ ਕਰਤਾਰਪੁਰ ਸਾਹਿਬ ਦੇ ਲਾਗੇ ਛੋਟਾ ਮੀਰਪੁਰ ਇੱਕ ਪਿੰਡ ਹੈ, ਛੋਟੇ ਮੀਰ ਕਹਿੰਦੇ ਆ। ਹਾਂਜੀ, ਜਹਾਂ ਪਠਾਨਨ ਕੇ ਗਨ ਧਾਮ। ਇਹ ਛੋਟੇ ਮੀਰ ਪਿੰਡ ਦੇ ਵਿੱਚ ਪਠਾਣਾਂ ਦੇ ਘਰ ਜ਼ਿਆਦਾ ਹਨ। ਉੱਥੋਂ ਦਾ ਹੀ ਸੀ ਨਾ ਇਹ ਪੈਂਦੇ ਖਾਂ, ਉੱਥੋਂ ਦਾ ਹੀ ਸੀ ਛੋਟੇ ਮੀਰ ਦਾ। ਛੋਟੇ ਮੀਰ ਦਾ ਰਹਿਣ ਵਾਲਾ ਸੀ। ਇਹਦੇ ਪਿਓ ਮਾਤਾ ਮਰ ਗਏ ਸੀ, ਮਾਮੇ ਨੇ ਪਾਲਿਆ ਸੀ। 16 ਸਾਲਾਂ ਦਾ ਸੀ ਜਦੋਂ 6ਵੇਂ ਪਾਤਸ਼ਾਹ ਕੋਲ ਆ ਗਿਆ ਸੀ, ਤੇ ਮਹਾਰਾਜ ਨੇ ਇਹਨੂੰ ਫੌਜ ਵਿੱਚ ਰੱਖ ਲਿਆ। ਬੜੀਆਂ ਰੀਝਾਂ ਨਾਲ ਇਹਨੂੰ ਪਾਲ ਪਾਲ ਕੇ ਖੁਰਾਕਾਂ ਦੇ ਦੇ ਕੇ ਬੜਾ ਜਵਾਨ ਕੀਤਾ ਸੀ। ਤਹ ਤੇ ਆਈ ਤਬ ਹੈ ਸਗਾਈ। ਤੋ ਸਾਧ ਸੰਗਤ ਜੀ ਉੱਥੋਂ ਹੀ ਪਠਾਣਾਂ ਦੇ ਘਰਾਂ ਚੋਂ ਇੱਕ ਰਿਸ਼ਤਾ ਆ ਗਿਆ, ਸਗਾਈ ਆ ਗਈ। ਕਰਵਾਈ ਗੁਰ ਆਏ ਸਪਾਈ। ਮਹਾਰਾਜ ਕਹਿੰਦੇ ਪੈਂਦੇ ਖਾਂ ਤੂੰ ਵਿਆਹ ਕਰਾ ਲੈ, ਰਿਸ਼ਤਾ ਤੇਰਾ ਆ ਗਿਆ। ਕਿਸੇ ਪਠਾਣ ਦੀ ਕੁੜੀ ਨਾਲ ਇਹਦਾ ਰਿਸ਼ਤਾ ਤੈਅ ਹੋਇਆ ਤੇ ਵਿਆਹ ਹੋ ਗਿਆ। ਸਤਿਗੁਰ ਦਰਬ ਦੀਨ ਬਹੁਤ ਤੇਰਾ। ਮਹਾਰਾਜ ਨੇ ਵਿਆਹ ਤੇ ਬੜਾ ਖਰਚ ਕੀਤਾ, ਮਾਇਆ ਦਿੱਤੀ। ਕਰਿਓ ਨਿਕਾਹ ਤਬ ਹੈ ਬਿਨ ਦੇਰਾ। ਇਹਦਾ ਨਿਕਾਹ ਹੋ ਗਿਆ। ਮੁਸਲਮਾਨ ਨਿਕਾਹ ਕਹਿੰਦੇ, ਆਪਾਂ ਵਿਆਹ ਕਹਿੰਦੇ ਆ। ਉਹ ਕਾਜੀ ਨਿਕਾਹ ਪੜ੍ਹ ਦਿੰਦਾ,
ਤੇ ਮਹਾਰਾਜ ਨੇ ਸਾਰਾ ਖਰਚਾ ਦੇ ਕੇ ਪੈਂਦੇ ਦਾ ਨਿਕਾਹ ਕਰਾ ਦਿੱਤਾ। ਤਾਰਾ ਸੰਗ ਮਿਲਿਓ ਸੁਖ ਪਾਏ। ਇਹਦੀ ਪਠਾਣੀ ਇਸ ਨੂੰ ਮਿਲ ਗਈ ਤੇ ਉਹਦੇ ਨਾਲ ਪਤਨੀ ਦੇ ਨਾਲ ਰਹਿਣ ਲੱਗਾ ਸੁਖ ਪਾ ਕੇ। ਬਸਹਿ ਨਿਸਾ ਤਿਸ ਗ੍ਰਾਮ ਮਹਿ ਜਾਏ। ਉਹ ਰਾਤ ਆਪਣੇ ਘਰ ਹੀ ਰਹਿੰਦਾ, ਆਪਣੇ ਛੋਟੇ ਮੀਰ ਪਿੰਡ ਵਿੱਚ ਜਾ ਕੇ ਬਸਦਾ। ਇੱਕ ਦਿਨ ਗੁਰ ਸੋ ਕਹਿ ਕਰ ਜੋਰ। ਇੱਕ ਦਿਨ ਮਹਾਰਾਜ ਨੂੰ ਕਹਿਣ ਲੱਗਾ ਹੱਥ ਜੋੜ ਕੇ, ਘਰ ਨਾ ਬਨਿਓ ਮੇਰੋ ਕਿਸ ਠੌਰ। ਮਹਾਰਾਜ ਜੀ ਅਜੇ ਤੱਕ ਮੇਰਾ ਘਰ ਨਹੀਂ ਬਣਿਆ, ਵਿਆਹ ਤਾਂ ਤੁਸੀਂ ਮੇਰਾ ਕਰਾ ਦਿੱਤਾ, ਪਰ ਮਹਾਰਾਜ ਘਰ ਵਾਲੀ ਸਮੇਤ ਰਹੀਏ ਕਿੱਥੇ? ਕੋਈ ਮਕਾਨ ਚਾਹੀਦਾ, ਘਰ ਚਾਹੀਦਾ ਰਹਿਣ ਵਾਸਤੇ। ਭਇਓ ਵਿਆਹ ਅਰ ਚਹਿਅਤ ਸੋਏ। ਹੁਣ ਵਿਆਹ ਹੋ ਗਿਆ, ਹੁਣ ਘਰ ਚਾਹੀਦਾ ਮਹਾਰਾਜ ਰਹਿਣ ਵਾਸਤੇ। ਬਿਨਾ ਨਿਕੇਤ ਨਹੀਂ ਸੁਖ ਹੋਏ। ਤੇ ਘਰ ਤੋਂ ਬਿਨਾਂ ਸੁੱਖ ਨਹੀਂ ਹੁੰਦਾ ਮਹਾਰਾਜ। ਦੂਜਿਆਂ ਦੇ ਘਰਾਂ ਵਿੱਚ ਰਹਿਣਾ, ਸ਼ਰੀਕੇ ਵਿੱਚ ਰਹਿਣਾ ਔਖਾ ਜੇ ਆਪਣਾ ਘਰ ਨਾ ਹੋਵੇ। ਸ਼੍ਰੀ ਹਰਿ ਗੋਬਿੰਦ ਸਾਚ ਪਛਾਨਾ। ਸਤਿਗੁਰੂ ਜੀ ਇਸ ਵਿਚਾਰ ਦੇ ਵੀ ਠੀਕ ਕਹਿੰਦਾ, ਸੱਚ ਕਹਿੰਦਾ। ਹੁਣ ਇਹ ਗ੍ਰਸਤੀ ਹੋ ਗਿਆ, ਇਹਨੂੰ ਘਰ ਚਾਹੀਦਾ, ਕੱਲ ਨੂੰ ਬੱਚੇ ਵੀ ਹੋਣਗੇ ਤੇ ਇਸ ਵਾਸਤੇ ਮਕਾਨ ਇਹਦਾ ਬਣਾ ਦਈਏ। ਸੁਨ ਪੁਨ ਦੀਨ ਸਦਰਬ ਮਹਾਨਾ। ਸਤਿਗੁਰੂ ਜੀ ਨੇ ਬਹੁਤ ਮਾਇਆ ਦਿੱਤੀ, ਬਖਸ਼ਿਸ਼ ਕੀਤੀ। ਸਦਨ ਮੀਰ ਛੋਟੇ ਬਨਵਾਏ। ਛੋਟੇ ਮੀਰ ਪਿੰਡ ਦੇ ਚ ਘਰ ਬਣਵਾ ਦਿੱਤਾ। ਮਾਇਆ ਦਿੱਤੀ ਗੁਰੂ ਜੀ ਨੇ, ਕਮਰੇ ਸੋਹਣੇ ਬਣ ਗਏ, ਘਰ ਬਣ ਗਿਆ। ਸੁੰਦਰ ਮੰਦਰ ਕਹਿ ਚਨਵਾਏ। ਸੋਹਣਾ ਮਕਾਨ ਚਣਵਾ ਦਿੱਤਾ, ਪੱਕਾ ਘਰ ਬਣਵਾ ਦਿੱਤਾ। ਪੁਨ ਬੀਵੀ ਕੇ ਹੇਤ ਬਿਭੂਖਨ। ਫਿਰ ਉਹਦੀ ਬੀਵੀ ਵਾਸਤੇ, ਬੇਗਮ ਵਾਸਤੇ ਗਹਿਣੇ ਵੀ ਬਣਵਾ ਦਿੱਤੇ। ਕਰਵਾਏ ਗਨ ਦੀਨ ਅਦੂਖਨ। ਬਹੁਤ ਸਾਰੀ ਮਾਇਆ ਦਿੱਤੀ ਮਹਾਰਾਜ ਨੇ, ਗਹਿਣਿਆਂ ਵਾਸਤੇ, ਕੱਪੜਿਆਂ ਵਾਸਤੇ, ਘਰ ਦਾ ਜਿਹੜਾ ਸਮਾਨ ਚਾਹੀਦਾ, ਮੰਜਾ ਬਿਸਤਰਾ ਭਾਂਡਾ ਟੀਂਡਾ ਸਾਰਾ ਕੁਝ ਲੈ ਕੇ ਦਿੱਤਾ। ਪੂਰਾ ਉਹਨੂੰ ਘਰ ਬਣ, ਜਿਵੇਂ ਕਹਿੰਦੇ ਵੀ ਘਰ ਬੰਨਣਾ, ਉਹਦਾ ਘਰ ਬੰਨਿਆ ਗੁਰੂ ਜੀ ਨੇ। ਹਾਂਜੀ, ਗ੍ਰਹਿ ਸਮਗਰੀ ਦਈ ਬਣਾਏ। ਸਾਰਾ ਕੁਝ ਸੱਚੇ ਪਾਤਸ਼ਾਹ ਨੇ ਬਣਾ ਕੇ ਦਿੱਤਾ ਪੈਂਦੇ ਨੂੰ। ਪੈਂਦੇ ਖਾਨ ਪਾਏ ਹਰ ਖਾਏ। ਪੈਂਦਾ ਖੁਸ਼ ਹੋਇਆ ਬੜਾ ਇੰਨਾ ਕੁਝ ਪਾ ਕੇ। ਰਹਿਣ ਲੱਗਿਓ ਬੀਵੀ ਕੇ ਸਾਥ। ਆਪਣੀ ਬੀਵੀ ਦੇ ਨਾਲ ਉੱਥੇ ਛੋਟੇ ਮੀਰ ਪਿੰਡ 'ਚ ਰਹਿਣ ਲੱਗਾ। ਬਹੁਤ ਸੁਖ ਲਹੈ ਕਿਰਪਾ ਗੁਰਨਾਥ। ਗੁਰੂ ਦੀ ਕਿਰਪਾ ਨਾਲ ਬੜਾ ਸੁਖੀ ਹੈ ਪੈਂਦਾ, ਸਾਰੀਆਂ ਸਹੂਲਤਾਂ ਮਿਲਦੀਆਂ, ਖਾਣ ਪੀਣ ਦੀ ਕੋਈ ਕਮੀ ਨਹੀਂ ਹੈ। ਕਹਿਓ ਪ੍ਰਭੂ ਅਬ ਸਦਨ ਬਸੀਜੈ। ਜਾਣੀ ਜਾਣ ਸਤਿਗੁਰੂ ਅੰਤਰਜਾਮੀ ਜਾਣ ਗਏ ਵੀ ਹੁਣ ਹੰਕਾਰੀ ਨੂੰ ਆਪਾਂ ਬਹੁਤਾ ਨੇੜੇ ਨਾ ਰੱਖੀਏ। ਤੇ ਕਹਿਣ ਲੱਗੇ ਪੈਂਦੇ ਖਾਂ ਹੁਣ ਆਪਣੇ ਘਰ ਹੀ ਰਿਹਾ ਕਰ। ਕਬ ਕਬ ਇਤ ਦਿਸ਼ ਆਵਨ ਕੀਜੈ। ਕਦੀ ਕਦੀ ਆ ਜਾ ਕਰ ਦਰਬਾਰ ਵਿੱਚ, ਨਹੀਂ ਤੇ ਬੇਟਾ ਆਪਣੇ ਘਰ ਆਪਣੀ ਪਤਨੀ ਕੋਲ ਰਿਹਾ ਕਰ। ਜਬ ਹਮ ਚਾਹੈ ਲਹਿ ਬੁਲਾਏ। ਜਦੋਂ ਸਾਨੂੰ ਲੋੜ ਹੋਏਗੀ ਬੁਲਾ ਲਾਂਗੇ, ਪਰ ਤੂੰ ਆਪਣੇ ਘਰ ਰਿਹਾ ਕਰ, ਫਿਕਰ ਨਾ ਕਰਿਆ ਕਰ ਇੱਥੋਂ ਦਾ ਕੋਈ। ਹਾਂਜੀ, ਨਾਹਿ ਤਰਹੁ ਗ੍ਰਹਿ ਅਨੰਦ ਉਪਾਏ। ਨਹੀਂ ਤੇ ਆਪਣੇ ਘਰ ਆਨੰਦ ਨਾਲ ਰਿਹਾ ਕਰ। ਮਾਨ ਬਾਗਤੈ ਸੇ ਤਬ ਕਰੈ। ਸਾਧ ਸੰਗਤ ਜੀ ਬਚਨ ਮੰਨ ਕੇ ਹੁਣ ਪੈਂਦਾ ਆਪਣੇ ਘਰ ਰਹਿਣ ਲੱਗਾ। ਬਹੁਤ ਦਿਨ ਰਹਿ ਆਪਣੇ ਘਰੈ। ਬਹੁਤ ਦਿਨ ਆਪਣੇ ਘਰ ਹੀ ਰਹਿੰਦਾ, ਕਦੀ ਹਫ਼ਤੇ ਬਾਅਦ ਆਉਂਦਾ, ਕਦੀ 2 ਹਫ਼ਤਿਆਂ ਬਾਅਦ ਆਉਂਦਾ। ਹਾਂਜੀ, ਇਮ ਪੈਂਦਾ ਹੋਇਓ ਹੰਕਾਰੀ। ਇਦਾਂ ਪੈਂਦਾ ਹੰਕਾਰੀ ਹੋ ਗਿਆ, ਉਹਦਾ ਹੰਕਾਰ ਹੋਰ ਵੱਧ ਗਿਆ ਵੀ ਦੇਖੋ ਗੁਰੂ ਸਾਹਿਬ ਨੂੰ ਮੇਰੀ ਕਿੰਨੀ ਜ਼ਰੂਰਤ ਹੈ ਕਿ ਮੇਰੇ ਵਾਸਤੇ ਇੰਨੇ ਹਜ਼ਾਰਾਂ ਰੁਪਈਏ ਦਾ ਘਰ ਬਣਾਤਾ, ਉਹਨਾਂ ਨੇ ਮੈਨੂੰ ਇੰਨੀਆਂ ਸਹੂਲਤਾਂ ਦਿੱਤੀਆਂ, ਉਹਨਾਂ ਨੂੰ ਗਰਜ ਹੋਣੀ ਹੈ ਕੋਈ। ਪਰ ਉਹ ਇਹ ਨਹੀਂ ਸਮਝਦਾ ਵੀ ਇਹ ਚੋਜੀ ਪ੍ਰੀਤਮ ਜੀ ਦੇ ਚੋਜ ਹਨ, ਇਹ ਲੀਲਾ ਕਰ ਰਹੇ ਮਹਾਰਾਜ। ਸਿੱਖਾਂ ਨੂੰ ਵੀ ਗਿਆਨ ਦੇਣਾ, ਸਾਨੂੰ ਵੀ ਦੇਖੋ ਸੰਸਾਰ ਦੇ ਵਿੱਚ ਕੋਈ ਕਿਸੇ ਦਾ ਬਣਦਾ ਨਹੀਂ ਹੁੰਦਾ। ਇਹ ਖਾਸ ਕਰਕੇ ਜਿਹੜੀ ਕਿਸੇ ਦੇ ਅੰਦਰ ਸਮਰਪਣ ਦੀ ਭਾਵਨਾ ਹੈ, ਰੱਬ ਹੀ ਪਾਉਂਦਾ ਜੇ ਪਾ ਦੇਵੇ। ਉਹ ਵੀ ਸਿੱਖ ਸਨ ਜਿਨ੍ਹਾਂ ਨੇ ਗੁਰੂ ਨੂੰ ਆਪਣਾ ਤਨ ਮਨ ਧਨ ਸੌਂਪਿਆ, ਗੁਰੂ ਤੋਂ ਮੰਗਿਆ ਕੁਛ ਨਹੀਂ। ਤੇ ਇਹ ਪੈਂਦੇ ਖਾਂ ਵੀ ਆ, ਗੁਰੂ ਤੋਂ ਸਾਰਾ ਕੁਝ ਲੈ ਕੇ ਫਿਰ ਵੀ ਗੁਰੂ ਦਾ ਨਹੀਂ ਬਣਿਆ। ਅਕਿਰਤ ਘਣ ਵੀ ਹੁੰਦੇ ਆ ਤੇ ਸਾਧ ਸੰਗਤ ਜੀ ਗੁਰੂ ਦੇ ਪਿਆਰੇ ਵੀ ਹੁੰਦੇ ਆ, ਸਭ ਤਰ੍ਹਾਂ ਦੀ ਦੁਨੀਆ ਹੁੰਦੀ ਹੈ। ਇਹ ਸਾਨੂੰ ਮਹਾਰਾਜ ਨੇ ਗਿਆਨ ਦੇਣਾ ਸੀਗਾ, ਸੋਝੀ ਦੇਣੀ ਸੀ। ਅੱਗੇ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।